ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਹੇ ਭਾਈ ਉਹ ਪਰਮੇਸ਼ਰ ਸਰਗੁਣ ਕਹੀਏ ਮਾਇਆ ਸਬਲ, ਨਿਰਗੁਣ ਕਹੀਏ ਤਿੰਨਾਂ ਗੁਣਾਂ ਤੋਂ ਅਤੀਤ, ਨਿਰੰਕਾਰ ਮਾਇਕੀ ਪਦਾਰਥਾਂ ਦੇ ਆਕਾਰਾਂ ਤੋਂ ਰਹਿਤ ਅਤੇ ਸੁੰਨ ਅਫੁਰ ਸਮਾਧੀ ਵਿੱਚ ਬੈਠਣ ਵਾਲਾ ਆਪ ਹੀ ਹੈ। ਜੋ ਨਿਰਗੁਣ ਸੁੰਨ ਕਹੀਏ ਅਫੁਰ ਸਮਾਧੀ ਰੂਪ ਹੋ ਕੇ ਨਿਰੰਕਾਰ ਆਪ ਹੀ ਹੈ ਅਤੇ ਜਦੋਂ ਆਪ ਹੀ ਪਰਲੋ ਕਰ ਲਵੇ ਉਦੋਂ ਸਮਾਧੀ ਲਾ ਕੇ ਵੀ ਆਪ ਹੀ ਬੈਠਣ ਵਾਲਾ ਹੈ। ਸੁੰਨ ਕਹੀਏ ਅਫੁਰ ਰੂਪ ਹੈ, ਕਿਸੇ ਹੋਰ ਪ੍ਰਕਾਰ ਦਾ ਫੁਰਨਾ ਨਹੀਂ। ਜਗਤ ਨੂੰ ਪੈਦਾ ਕਰਕੇ ਲੀਨ ਕਰਨ ਵਾਲਾ ਸਰਗੁਣ ਸਰੂਪ ਆਪ ਹੀ ਹੈ। ਮਾਇਆ ਸਬਲ ਕਰਕੇ ਸਰਗੁਣ ਤੇ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਕਰਕੇ ਨਿਰਗੁਣ ਕਹੀਦਾ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਲੜੀਵਾਰ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਕਿਰਪਾ ਕਰ ਰਹੇ ਹਨ। 21ਵੀਂ ਅਸ਼ਟਪਦੀ ਦੇ ਵਿੱਚ ਸਤਿਗੁਰੂ ਸ਼ਲੋਕ ਦੀ ਸੰਪੂਰਨਤਾ ਕਰਦੇ ਹੋਏ ਫਰਮਾਉਂਦੇ ਹਨ ਕਿ ਸਤਿਗੁਰੂ ਜੀ ਹਰੀ ਵਾਹਿਗੁਰੂ ਨੇ ਆਪ ਹੀ ਆਪਣੇ ਤੋਂ ਸੰਸਾਰ ਨੂੰ ਪੈਦਾ ਕੀਤਾ ਹੈ ਅਤੇ ਆਪ ਹੀ ਆਪਣੇ ਜਾਪ ਨੂੰ ਫੇਰ ਜਪਦਾ ਹੈ। ਆਪ ਹੀ ਇਸ ਪ੍ਰਪੰਚ ਨੂੰ ਲੈਤਾ ਕਰ ਲੈਂਦਾ ਹੈ ਅਤੇ ਸੰਸਾਰ ਦਾ ਮਿਥਿਆਪਣ ਸਿੱਧ ਕਰਨ ਲਈ ਪਰਲੋਂ ਦਿਖਾਉਂਦਾ ਹੈ। ਅਸ਼ਟਪਦੀ ਜਬ ਆਕਾਰ ਏਹੁ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਹੇ ਭਾਈ, ਜਦੋਂ ਮਹਾਂਪਰਲੋ ਆਉਂਦੀ ਹੈ ਉਸ ਵੇਲੇ ਜਿੰਨਾ ਸ੍ਰਿਸ਼ਟੀ ਦਾ ਪਸਾਰਾ ਦਿਸਣ ਵਿੱਚ ਆ ਰਿਹਾ, ਭਾਵ ਜਿੰਨਾ ਸ੍ਰਿਸ਼ਟੀ ਦਾ ਆਕਾਰ ਹੈ, ਇਹ ਸਾਰਾ ਕੁਝ ਵੀ ਦ੍ਰਿਸ਼ਟੇਤਾ ਨਜ਼ਰ ਨਹੀਂ ਆਉਂਦਾ। ਪ੍ਰਸ਼ਨ ਕਰਦੇ ਹੈ ਮਹਾਰਾਜ, ਪਾਪ ਪੁੰਨ ਤਾਂ ਹੁੰਦੇ ਹੋਣੇ ਹਨ। ਉੱਤਰ ਦਿੰਦੇ ਆ, ਤਦ ਪਾਪ ਪੁੰਨ ਕਹਿ ਕਿਸਦੇ ਤੋਂ ਕਹੀਏ ਹੋਤਾ ਹੁੰਦਾ, ਭਾਵ ਪਾਪ ਪੁੰਨ ਦਾ ਕੁਝ ਵੀ ਵਿਵਹਾਰ ਨਹੀਂ ਸੀ। ਸ੍ਰਿਸ਼ਟੀ ਦੇ ਆਕਾਰ ਕਰਕੇ ਪਾਪ ਪੁੰਨ ਹੁੰਦੇ ਹਨ। ਅੱਧਾ ਪਾਪ ਅੱਧਾ ਪੁੰਨ ਮਿਸ਼ਰਤ ਕੰਮ ਹੁੰਦੇ ਆ। ਜਿਹੜਾ ਦਿਸਣ ਵਿੱਚ ਆ ਰਿਹਾ ਹੈ ਉਦੋਂ ਕੋਈ ਆਕਾਰ ਨਹੀਂ ਸੀ। ਉਦੋਂ ਗਿਆਨ ਦੀ ਪਰਲੋ ਜਾਂ ਮਹਾਂਪਰਲੋ ਕਰਤਾਰ ਨੇ ਕਰਨਾ ਕੀਤੀ। ਉਦੋਂ ਪਾਪ ਤੇ ਪੁੰਨ ਕਿਸ ਪਾਸੋਂ ਹੋ ਸਕਦੇ ਸੀ? ਇਹ ਸਰੀਰ ਕਰਕੇ ਸੰਭਵ ਹੋਣੇ ਸੀ। ਉਦੋਂ ਕੋਈ ਸਰੀਰ ਹੀ ਨਹੀਂ ਸੀ। ਫਿਰ ਪ੍ਰਸ਼ਨ ਕਰਦੇ ਹੈ ਮਹਾਰਾਜ, ਉਦੋਂ ਵੈਰ ਵਿਰੋਧ ਤਾਂ ਹੁੰਦੇ ਹੋਣਗੇ। ਗੁਰ ਉੱਤਰ ਬਖਸ਼ਿਸ਼ ਕਰਦੇ ਆ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਦੋਂ ਆਪ ਪਰਮੇਸ਼ਰ ਨੇ ਅਫੁਰ ਰੂਪ ਸਮਾਧੀ ਧਾਰਨ ਕੀਤੀ ਹੋਈ ਸੀ, ਸਰਗੁਣ ਸਰੂਪ ਵਿੱਚ ਆਪਣੇ ਨਿਰਗੁਣ ਸਰੂਪ ਦੀ ਅਫੁਰ ਰੂਪ ਸਮਾਧੀ ਧਾਰ ਕੇ ਏਕਤਾ ਪਾਈ ਹੋਈ ਸੀ, ਤਦ ਬੈਰ ਨਵੀਨ ਸ਼ਤਰਤਾ ਅਤੇ ਵਿਰੋਧ ਪੁਰਾਤਨ ਦੁਸ਼ਮਣੀ ਕੋਈ ਵੀ ਕਿਸ ਦੇ ਨਾਲ ਕਮਾਤ ਕੀਏ ਕਮਾਉਂਦਾ, ਭਾਵ ਕੋਈ ਨਹੀਂ ਕਮਾ ਸਕਦਾ ਸੀ। ਉਸ ਵੇਲੇ ਅਨਾਦਿ ਕਾਲ ਦਾ ਵੈਰ ਅਤੇ ਅਲਪਕਾਲ ਵਿਰੋਧ ਕੋਈ ਕਿਸ ਦੇ ਨਾਲ ਕਮਾਉਂਦਾ। ਫਿਰ ਪ੍ਰਸ਼ਨ ਕਰਦੇ ਆ, ਹੇ ਮਹਾਰਾਜ, ਹਰਖ ਸੋਗ ਤਾਂ ਉਦੋਂ ਰਹਿੰਦੇ ਹੀ ਹੋਣਗੇ। ਗੁਰ ਉੱਤਰ ਬਖਸ਼ ਕਰਦੇ ਆ, ਜਬ ਇਸਕਾ ਵਰਨ ਚਿਹਨ ਨ ਜਾਪਤ, ਤਬ ਹਰਖ ਸੋਗ ਕਹੋ ਕਿਸ ਹੈ ਬਿਆਪਤ। ਜਦੋਂ ਇਸ ਦਾ ਵਰਨ ਹੁੰਦਾ ਖੱਤਰੀ ਵੈਸ਼ ਸ਼ੂਦਰ ਤੇ ਬ੍ਰਾਹਮਣ ਆਦਿ, ਇਹ ਵਰਨ ਰੰਗ ਚਿੰਨ ਕੰਠੀ ਮਾਲਾ ਰੁਦਰਾਖ ਆਦਿ ਜਾਪਤ ਜਾਣਿਆ ਨਹੀਂ ਜਾਂਦਾ ਸੀ, ਤਦ ਉਦੋਂ ਫਿਰ ਦੱਸੋ ਹਾਂ ਕਿਸ ਨੂੰ ਹਰਖ ਖੁਸ਼ੀ ਤੇ ਕਿਸ ਨੂੰ ਸੋਗ ਗਮ ਵਿਆਪਣਾ ਸੀ। ਜਬ ਆਪਣੇ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ। ਜਦੋਂ ਆਪਣਾ ਆਪ ਰੂਪ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਆਪ ਹੀ ਸੀ, ਜੀਵ ਈਸ਼ ਦੇ ਭੇਦ ਤੋਂ ਰਹਿਤ ਪਰਮੇਸ਼ਰ ਆਪ ਹੀ ਸੀ, ਤਦੋਂ ਫਿਰ ਮੋਹ ਕਿੱਥੇ ਸੀ ਅਤੇ ਕਿਸ ਨੂੰ ਭਰਮ ਹੋਣਾ ਸੀ। ਆਪਨ ਖੇਲ ਆਪ ਵਰਤੀਜਾ,
ਨਾਨਕ ਕਰਨੈ ਹਾਰ ਨਾ ਦੂਜਾ। ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸੰਸਾਰ ਰੂਪੀ ਖੇਡ ਤਮਾਸ਼ਾ ਆਪ ਹੀ ਵਰਤੀਜਾ ਵਰਤਾਉਣਾ ਕੀਤਾ ਹੈ। ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮਹਾਂ ਪਰਲੋ ਕਰਨ ਵਾਲਾ ਵੀ ਆਪ ਹੈ, ਹੋਰ ਦੂਸਰਾ ਕੋਈ ਨਹੀਂ। ਫਿਰ ਪ੍ਰਸ਼ਨ ਕਰਦੇ ਆ, ਉਦੋਂ ਬੰਧਨ ਕਿਹੋ ਜਿਹੇ ਹੋਣਗੇ? ਗੁਰ ਉੱਤਰ ਬਖਸ਼ਿਸ਼ ਕਰ ਰਹੇ ਆ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕੋ ਗਨੀ। ਜਦੋਂ ਕੇਵਲ ਨਿਰੋਲ ਸਿਰਫ ਇੱਕ ਪ੍ਰਭੂ ਹਰੀ ਵਾਹਿਗੁਰੂ ਪਰਮੇਸ਼ਰ ਆਪ ਹੀ ਧਨੀ ਮਾਲਕ ਹੁੰਦਾ ਸੀ, ਜਦੋਂ ਪ੍ਰਪੰਚ ਰੂਪੀ ਮੈਲ ਤੋਂ ਰਹਿਤ ਕੇਵਲ ਸ਼ੁੱਧ ਸਰੂਪ ਹਰੀ ਵਾਹਿਗੁਰੂ ਆਪ ਹੀ ਧਨੀ ਮਾਲਕ ਸੀ, ਤਦੋਂ ਦੱਸੋ ਭਲਾ ਕਿਸ ਨੂੰ ਪਾਪਾਂ ਕਰਕੇ ਬੰਨਣ ਤੇ ਗਿਆਨ ਕਰਕੇ ਮੁਕਤੀ ਪ੍ਰਾਪਤ ਹੋਣੀ, ਕਿਸ ਨੂੰ ਗਨੀ ਗਿਣੀਂਦਾ ਸੀ? ਗੁਰ ਉੱਤਰ ਫਿਰ ਮਹਾਰਾਜ ਨੂੰ ਪ੍ਰਸ਼ਨ ਕਰਦੇ ਆ ਕਿ ਹੇ ਮਹਾਰਾਜ, ਉਦੋਂ ਨਰਕ ਸੁਰਗ ਤਾਂ ਹੁੰਦੇ ਹੀ ਹੋਣਗੇ। ਗੁਰ ਉੱਤਰ ਬਖਸ਼ਿਸ਼ ਕਰ ਰਹੇ ਆ, ਜਬ ਇੱਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੁ ਕੌਣ ਅਵਤਾਰ। ਜਦੋਂ ਇੱਕੋ ਹਰੀ ਵਾਹਿਗੁਰੂ ਮਨ ਦੀ ਗਮਤਾ ਤੋਂ ਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਸੀ, ਤਦੋਂ ਦੱਸੋ ਖਾਂ ਭਲਾ ਨਰਕਾਂ 'ਚ ਸੁਰਗ ਸਵਰਗਾਂ 'ਚ ਕੌਣ ਕੌਣ ਅਵਤਾਰ ਉਤਰਦਾ ਸੀ? ਭਾਵ ਕੋਈ ਨਹੀਂ ਸੀ ਉਤਰਦਾ। ਫਿਰ ਪ੍ਰਸ਼ਨ ਕਰਦੇ, ਹੈ ਮਹਾਰਾਜ, ਉਦੋਂ ਸ਼ਿਵ ਤੇ ਸ਼ਕਤੀ ਤਾਂ ਹੁੰਦੀ ਹੀ ਹੋਵੇਗੀ। ਸਤਿਗੁਰੂ ਕਿਰਪਾ ਕਰ ਰਹੇ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸੇਵ ਸਕਤ ਕਹੋ ਕਿਤ ਠਾਏ। ਸੋ ਇਸ ਨੂੰ ਕਹੋ ਦੋਹਰਾ ਹਾਹਾ ਹੈ ਤੇ ਹਾਹੇ ਨੂੰ ਔਂਕੜ ਹੈ, ਜੋ ਪਿੱਛੇ ਹਾਹਾ ਲੱਗਾ ਉਸ ਨੂੰ ਔਂਕੜ ਲੱਗਾ। ਕਹੋ ਜਦੋਂ ਕਹਿੰਦੇ ਨਿਰਗੁਣ ਹਰੀ ਵਾਹਿਗੁਰੂ ਸੁਤੇ ਸਿੱਧ ਸੁਭਾਵਕ ਹੀ ਆਪਣੇ ਆਪ ਵਿੱਚ ਪ੍ਰਕਾਸ਼ਵਾਨ ਸੀ, ਭਾਵ ਜਿਸ ਵੇਲੇ ਨਿਰਗੁਣ ਬ੍ਰਹਮ ਸ਼ਾਂਤੀ ਸੁਭਾਅ ਅਵਸਥਾ ਵਿੱਚ ਸਥਿਤ ਸੀ, ਤਦੋਂ ਕਹੋ ਦੱਸਣਾ ਕਰੋ ਕਿ ਸੇਵ ਸਖਤ ਈਸ਼ਰ ਤੇ ਮਾਇਆ ਕਿਸ ਥਾਂ 'ਤੇ ਹੋਣੀ ਸੀ ਭਲਾ? ਨਹੀਂ ਹੋਣੀ ਸੀ। ਤਬ ਆਪਹਿ ਜਬ ਆਪਹਿ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਜਦੋਂ ਹਰੀ ਪਰਮੇਸ਼ਰ ਆਪਣੇ ਆਪ ਵਿੱਚ ਆਪਣੀ ਚੇਤਨ ਸੱਤਾ ਰੂਪ ਜੋਤ ਨੂੰ ਧਾਰਨ ਕਰੀ ਬੈਠਾ ਹੈ, ਭਾਵ ਸਵੰ ਪ੍ਰਕਾਸ਼ ਰੂਪ ਸੀ, ਤਦੋਂ ਕੌਣ ਡਰ ਭੈ ਤੋਂ ਰਹਿਤ ਤੇ ਕਵਨ ਕੌਣ ਕਤ ਕਿਸ ਦੇ ਪਾਸੋਂ ਡਰਦਾ ਸੀ? ਉਸ ਵੇਲੇ ਇਹ ਧੁੰਦ ਬਾਦ ਨਹੀਂ ਸੀ। ਆਪਨ ਚਲਤ ਆਪ ਕਰਨੈ ਹਾਰ, ਨਾਨਕ ਠਾਕੁਰ ਅਗਮ ਅਪਾਰ। ਆਪਣੇ ਚਲਤ ਕੌਤਕਾਂ ਨੂੰ ਕਰਨੇ ਹਾਰ ਪਰਮੇਸ਼ਰ ਆਪ ਹੀ ਕਰਨ ਵਾਲਾ ਹੈ। ਗੁਰੂ ਜੀ ਕਥਨ ਕਰਦੇ ਹਨ ਕਿ ਉਹ ਠਾਕੁਰ ਪਰਮੇਸ਼ਰ ਅਗਮ ਮਨ ਦੀ ਗਮਤਾ ਤੋਂ ਪਰੇ ਪ੍ਰਕਿਰਤੀ ਦੇ ਅਪਾਰ ਪਾਰਾਵਾਰ ਤੋਂ ਰਹਿਤ ਹੈ। ਅਬਿਨਾਸੀ ਸੁਖ ਆਪਨ ਆਸਨ, ਤਹ ਜਨਮ ਮਰਨ ਕਹੋ ਕਹਾ ਬਿਨਾਸਨ। ਜਿਹੜਾ ਅਬਿਨਾਸੀ ਨਾਸ ਤੋਂ ਰਹਿਤ ਸੁਖ ਹੈ, ਉਹ ਪਰਮੇਸ਼ਰ ਆਪਣੇ ਆਪ ਸਰੂਪ ਵਿੱਚ ਸਥਿਤ ਸੀ, ਆਪਣੇ ਆਪ ਵਿੱਚ ਅਧਿਸ਼ਠਾਨ ਸਰੂਪ ਸੀ। ਉਹ ਉੱਥੇ ਅਬਿਨਾਸੀ ਨਾਸ ਤੋਂ ਰਹਿਤ ਸੁਖ ਆਨੰਦ ਵਿੱਚ ਆਪਣੇ ਆਪ ਆਸਨ ਕੀਏ ਸਥਿਤ ਸੀ। ਫਿਰ ਪ੍ਰਸ਼ਨ ਕਰਦੇ ਕਿ ਮਹਾਰਾਜ, ਉੱਥੇ ਜੰਮਣ ਮਰਨ ਦਾ ਫਿਰ ਮਸਲਾ ਤਾਂ ਬਣਿਆ ਹੋਵੇਗਾ ਨਾ, ਭਾਵ ਹੁੰਦਾ ਹੋਵੇਗਾ। ਗੁਰ ਉੱਤਰ ਬਖਸ਼ਿਸ਼ ਕਰਦੇ, ਉੱਥੇ ਕਹੋ ਦੱਸੋ ਜੰਮਣ ਮਰਨ ਵਿੱਚ ਕੋਈ ਕਿੱਥੇ ਵਿਨਾਸ਼ਨ ਨਾਸ ਹੁੰਦਾ ਸੀ, ਤੇ ਉੱਥੇ ਜੰਮਣਾ ਮਰਨਾ ਤੇ ਵਿਨਾਸ਼ ਹੋਣਾ ਕਿਸ ਦਾ ਹੋ ਸਕਦਾ ਸੀ? ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਦੋਂ ਉਹ ਪ੍ਰਭੂ ਹਰੀ ਵਾਹਿਗੁਰੂ ਕਰਤਾ ਆਪਣੀ ਕੀਰਤੀ ਵਿੱਚ ਆਪ ਹੀ ਪੂਰਨ ਸੀ, ਤਦ ਦੱਸੋ ਜਮਾਂ ਦੀ ਤਰਾਸ ਖੌਫਤਾਈ ਡਰ ਕਿਸ ਨੂੰ ਹੁੰਦੀ ਸੀ? ਫਿਰ ਪ੍ਰਸ਼ਨ ਹੈ ਮਹਾਰਾਜ ਜੀ, ਫਿਰ ਚਿੱਤਰ ਗੁਪਤ ਹਿਸਾਬ ਕਿਤਾਬ ਵਾਲੇ ਤਾਂ ਹੋਣਗੇ। ਗੁਰ ਉੱਤਰ ਬਖਸ਼ਿਸ਼ ਕਰਦੇ ਆ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ।
ਜਦੋਂ ਅਵਗਤ ਗਤੀ ਤੋਂ ਰਹਿਤ ਪਰਮੇਸ਼ਰ, ਅਵਗਤ ਪ੍ਰਾਪਤ ਰੂਪ ਪਰਮੇਸ਼ਰ, ਅਗੋਚਰ ਇੰਦਰੀਆਂ ਦੇ ਅਵਿਸ਼ੇ, ਇੱਕੋ ਉਹ ਆਪ ਹੀ ਹਰੀ ਵਾਹਿਗੁਰੂ ਸਮਰੱਥ ਸੀ। ਤਦ ਚਿੱਤਰ ਗੁਪਤ ਕਿਸ ਦੇ ਪਾਸੋਂ ਲੇਖਾ ਹਿਸਾਬ ਕਿਤਾਬ ਪੁੱਛਦੇ ਆ, ਭਾਵ ਨਹੀਂ ਪੁੱਛਦੇ। ਫਿਰ ਪ੍ਰਸ਼ਨ ਕਰਦੇ, ਹੈ ਸੱਚੇ ਪਾਤਸ਼ਾਹ, ਫਿਰ ਬੰਧਨ ਤਾਂ ਹੁੰਦੇ ਹੋਣਗੇ। ਗੁਰ ਉੱਤਰ ਬਖਸ਼ ਰਹੇ ਆ, ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਜਦ ਨਿਰੰਜਨ ਮਾਇਆ ਰੂਪੀ ਕਾਲਖ ਤੋਂ ਰਹਿਤ, ਮਾਇਆ ਰੂਪੀ ਸੁਰਮੇ ਤੋਂ ਰਹਿਤ, ਅਗੋਚਰ ਇੰਦਰੀਆਂ ਦੇ ਅਵਿਸ਼ੇ ਸ਼ਬਦ ਸਪਰਸ ਰੂਪ ਰਸ ਗੰਧ ਤੋਂ ਰਹਿਤ, ਅਗਾਧੇ ਕੀਏ ਸਮੁੰਦਰ ਦੀ ਨਿਆਈ, ਡੂੰਘਾ ਨਾਥ ਸੁਆਮੀ ਪਰਮੇਸ਼ਰ ਆਪ ਸੀ। ਤਦ ਕੌਣ ਛੁੱਟੇ ਸਨ ਤੇ ਕੌਣ ਬੰਧਨਾਂ ਵਿੱਚ ਬਾਧੇ ਬੰਨੇ ਸਨ। ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਉਹ ਆਪ ਹੀ ਜੀਵ ਸਰੂਪ ਧਾਰਨ ਵਾਲਾ ਤੇ ਆਪ ਹੀ ਨਿਰਗੁਣ ਸਰੂਪ ਤੇ ਆਪ ਹੀ ਅਚਰਜਾ ਅਸਚਰਜ ਆਤਮਾ ਸਰੂਪ ਹੈ। ਆਪਣਾ ਆਪ ਹੀ ਉਹ ਪਿੱਛੇ ਸੀ, ਆਪਣਾ ਆਪ ਰੂਪ ਹੀ ਉਹ ਹੁਣ ਆਪ ਹੈ ਅਤੇ ਅੱਗੇ ਨੂੰ ਵੀ ਅਚਰਜ ਭਾਵ ਵਿਸਮਾਦ ਰੂਪ ਹੋਵੇਗਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਆਪਣੇ ਆਪ ਦੇ ਸਰੂਪ ਵਿੱਚੋਂ ਹੀ ਸ੍ਰਿਸ਼ਟੀ ਨੂੰ ਉਪਰਜਾ ਪੈਦਾ ਕਰਦਾ ਹੈ। ਆਪਣੇ ਰੂਪ ਤੋਂ ਆਪ ਹੀ ਮਹਾਪਰਲੋ ਨੂੰ ਉਪਰਜਾ ਕੀਏ ਉਤਪੰਨ ਕਰਦਾ ਹੈ। ਫਿਰ ਪ੍ਰਸ਼ਨ ਕਰਦੇ ਹਨ, ਹੇ ਮਹਾਰਾਜ, ਉਥੇ ਮੈਲ ਵਾਲੇ ਤੇ ਮੈਲ ਨੂੰ ਧੋਣ ਵਾਲੇ ਨਿਰਮਲ ਹੋਣਗੇ। ਗੁਰ ਉੱਤਰ ਬਖਸ਼ਿਸ਼ ਕਰ ਰਹੇ ਆ, ਜਹ ਨਿਰਮਲ ਪੁਰਖ ਪੁਰਖ ਪਦ ਹੋਤਾ, ਤਹ ਬਿਨ ਮੈਲ ਕਹੋ ਕਿਆ ਧੋਤਾ। ਭਾਈ, ਜਿੱਥੇ ਪਾਪਾਂ ਦੀ ਮੈਲ ਤੋਂ ਰਹਿਤ ਨਿਰਮਲ ਉਜਲ ਪੁਰਖ ਸਾਰਿਆਂ ਦਾ ਪਤ ਪਤੀ ਅਕਾਲ ਪੁਰਖ ਵਾਹਿਗੁਰੂ ਆਪ ਇਸਤਿਤ ਹੁੰਦਾ ਸੀ, ਕਹੋ ਦੱਸੋ ਉਥੇ ਮੈਲ ਤੋਂ ਬਿਨ ਬਗੈਰ ਨਿਰਮਲ ਕੌਣ ਹੈ ਤੇ ਮੈਲ ਨੂੰ ਧੋਤਾ ਧੋਣ ਵਾਲਾ ਕੌਣ ਹੋ ਸਕਦਾ ਸੀ। ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕਉ ਮਾਨ, ਤਹ ਕੌਣ ਕਉ ਮਾਨ ਕੌਣ ਅਭਿਮਾਨ। ਜਿੱਥੇ ਨਿਰੰਜਨ ਸ਼ੁੱਧ ਸਰੂਪ ਆਕਾਰਾਂ ਤੋਂ ਰਹਿਤ ਤੇ ਨਿਰਵਾਣ ਬੰਧਨਾਂ ਤੋਂ ਰਹਿਤ ਸਰੂਪ ਸੀ, ਉੱਥੇ ਕਿਸ ਨੂੰ ਮਾਨ ਅਤੇ ਕਿਸ ਨੂੰ ਅਭਿਮਾਨ ਹੰਕਾਰ ਹੋਣਾ ਸੀ। ਉੱਥੇ ਕਿਸ ਦਾ ਮਾਣ ਸਤਿਕਾਰ ਕਰਨਾ ਤੇ ਕਿਸ ਦਾ ਹੰਕਾਰ ਕਰਨਾ ਕਿ ਮੇਰੇ ਵਿੱਚ ਇੰਨੇ ਗੁਣ ਹਨ, ਮੇਰੀ ਇੰਨੀ ਵਡਿਆਈ ਹੈ। ਉੱਥੇ ਨਾ ਹਿਰਦੇ ਵਿੱਚ ਹੰਕਾਰ ਪੁਣਾ ਤੇ ਨਾ ਹੀ ਉੱਥੇ ਮਾਣ ਸਤਿਕਾਰ ਦੀ ਭੁੱਖ ਸੀ। ਜਹ ਸਰੂਪ ਕੇਵਲ ਜਗਦੀਸ, ਤਹ ਛਲ ਛਿਦਰ ਲਗਤ ਕਹੋ ਕੀਸ। ਜਿੱਥੇ ਨਿਰੋਲ ਸਰੂਪ ਜਗਤ ਦਾ ਈਸ਼ਵਰ ਹਰੀ ਵਾਹਿਗੁਰੂ ਇੱਕ ਆਪ ਹੀ ਹੁੰਦਾ ਸੀ ਤੇ ਹੈ, ਉੱਥੇ ਦੱਸੋ ਭਾਈ ਕਿਸ ਤੇ ਛਲ ਫਰੇਬ ਤੇ ਛਿਦਰ ਦੋਸ਼ ਲੱਗਣੇ ਸਨ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹ ਕਿਸੈ ਭੂਖ ਕਵਨ ਤ੍ਰਿਪਤਾਵੈ। ਜਿੱਥੇ ਜੋਤ ਸਵੰਗ ਪ੍ਰਕਾਸ਼ ਸਰੂਪੀ ਸਰੂਪ ਆਪਣੀ ਜੋਤ ਦੇ ਨਾਲ ਸਾਰੇ ਹੀ ਵਿਆਪਕ ਭਾਵ ਸਮਾ ਰਿਹਾ ਸੀ, ਜਿੱਥੇ ਜੋਤੀ ਸਰੂਪ ਵਿੱਚ ਜੀਵਾਂ ਦੀਆਂ ਸਾਰੀਆਂ ਪਰਤਕ ਜੋਤਾਂ ਉਸ ਆਨੰਦ ਸਰੂਪ ਵਿੱਚ ਮਿਲ ਕੇ ਸਮਾ ਜਾਂਦੀਆਂ ਹਨ, ਉੱਥੇ ਕਿਸੇ ਨੂੰ ਕੀ ਆਸ ਤੇ ਕੀ ਕਿਸੇ ਨੂੰ ਪਦਾਰਥਾਂ ਦੀ ਭੂਖ ਕਹੀਏ ਭੁੱਖ ਸੀ ਤੇ ਕਵਨ ਕਹੀਏ ਕੌਣ ਤ੍ਰਿਪਤਾਵੈ ਤ੍ਰਿਪਤੀ ਕਰਨ ਵਾਲਾ ਸੀ। ਕਰਨ ਕਰਾਵਨ ਕਰਨੈ ਹਾਰ, ਨਾਨਕ ਕਰਤੇ ਕਾ ਨਾਹਿ ਸੁਮਾਰ। ਜਿਨੇ ਸਾਰੇ ਜਗਤ ਦੇ ਕਰਨ ਤਿੰਨ ਗੁਣ ਪੰਜ ਸੂਖਮ ਤਤ ਆਦਿਕ ਮੰਨੇ ਹਨ, ਸਾਰਿਆਂ ਨੂੰ ਪ੍ਰੇਰ ਕੇ ਕਰਨ ਕਰਾਉਣ ਵਾਲਾ ਆਪ ਹੀ ਕਰਨੇਹਾਰ ਪਰਮੇਸ਼ਵਰ ਵਾਹਿਗੁਰੂ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਉਸ ਕਰਤੇ ਪੁਰਖ ਦੀ ਕੋਈ ਸੁਮਾਰ ਗਿਣਤੀ ਨਹੀਂ ਕਰ ਸਕਦਾ। ਜਬ ਆਪਣੀ ਸੋਭਾ ਆਪਨ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜਦੋਂ ਪਰਮੇਸ਼ਰ ਨੇ ਆਪਣੀ ਸੋਭਾ ਵਡਿਆਈ ਸਵੈ ਮਹਿਮਾ ਦੇ ਸਹਿਤ ਆਪਣੇ ਨਾਲ ਬਣਾਈ ਹੋਈ ਸੀ, ਤਦ ਕੌਣ ਮਾਏ ਮਾਤਾ ਤੇ ਬਾਪ ਪਿਤਾ ਮਿੱਤਰ ਦੋਸਤ ਸੁਤ ਪੁੱਤਰ ਭਾਈ ਭਰਾ ਸੀ। ਭਾਵ ਨਿਰਗੁਣ ਸਰੂਪ ਵਿੱਚ ਮਾਤਾ ਬਾਪ ਆਦਿਕ ਕਹਿਣੇ ਨਹੀਂ ਬਣਦੇ।
ਜਹ ਸਰਬ ਕਲਾ ਆਪਹਿ ਪਰਬੀਨ, ਤਹ ਬੇਦ ਕਤੇਬ ਕਹਾ ਕਉ ਚੀਨ। ਜਿੱਥੇ ਸਰਬ ਕਲਾ ਸਾਰੀਆਂ ਸ਼ਕਤੀਆਂ ਕਰਕੇ ਅੰਤਰਜਾਮੀ ਆਪ ਹੀ ਪਰਬੀਨ ਚਤਰ ਸੀ, ਉੱਥੇ ਦੱਸੋ ਕਿੱਥੇ 4 ਵੇਦ ਰਿਗਵੇਦ, ਯਜੁਰਵੇਦ, ਸਾਮਵੇਦ, ਅਥਰਵਣ ਵੇਦ ਅਤੇ 4 ਕਤੇਬ ਤੌਰੇਤ, ਅੰਜੀਲ, ਕੁਰਾਨ, ਜੰਬੂਰ ਨੂੰ ਕੌਣ ਚੀਨ ਜਾਣਨ ਵਾਲਾ ਸੀ। ਜਬ ਆਪਨ ਆਪ ਆਪ ਉਰ ਧਾਰੈ, ਤਉ ਸਗਨ ਅਪਸਗਨ ਕਹਾ ਵਿਚਾਰੈ। ਜਦੋਂ ਆਪਣੇ ਆਪ ਹੀ ਵਿਰਾਟ ਸਰੂਪ ਨੂੰ ਆਪਣੇ ਉਰ ਹਿਰਦੇ ਦੇ ਅੰਦਰ ਧਾਰਨ ਕੀਤਾ ਹੋਇਆ ਸੀ, ਤਦੋਂ ਉੱਥੇ ਸਗਨ ਤੇ ਅਪਸਗਨ ਭਾਵ ਬੁਰੇ ਭਲੇ ਨੂੰ ਕੋਈ ਕਿੱਥੇ ਵਿਚਾਰਦਾ ਸੀ। ਜਹ ਆਪਨ ਊਚ ਆਪਨ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਜਿੱਥੇ ਆਪਣੇ ਆਪ ਹੀ ਊਚ ਉੱਚਾ ਅਤੇ ਆਪਣੇ ਆਪ ਹੀ ਨੇਰਾ ਨੀਵਾਂ ਸੀ, ਆਪ ਜਿੱਥੇ ਆਪਣੇ ਆਪ ਤਿੰਨਾਂ ਗੁਣਾਂ ਤੋਂ ਅਤੀਤ ਉੱਚਾ ਹੈ ਤੇ ਆਪਣੇ ਆਪ ਹੀ ਤਿੰਨਾਂ ਗੁਣਾਂ ਤੋਂ ਆਤਮਾ ਕਰਕੇ ਨੇਰਾ ਨਿਰਣਾ ਕਰਨ ਵਾਲਾ ਸੀ, ਨੇੜੇ ਇਸਤਤ ਸੀ, ਉੱਥੇ ਕੌਣ ਠਾਕੁਰ ਸੁਆਮੀ ਅਤੇ ਕੌਣ ਚੇਰਾ ਚੇਲਾ ਕਹਿਣਾ ਬਣਦਾ, ਭਾਵ ਨਹੀਂ ਬਣਦਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣਹੁ ਆਪ। ਪਰਮੇਸ਼ਰ ਦੇ ਬਿਸਮਨ ਕਹੀਏ ਅਸਚਰਜ ਤੋਂ ਅਸਚਰਜ ਸਰੂਪ ਨੂੰ ਜਾਣਨੇ ਵਾਲੇ ਵੀ ਬਿਸਮਾਦ ਅਸਚਰਜ ਰੂਪ ਹੀ ਹੋ ਰਹੇ ਹਨ। ਜਿਨ੍ਹਾਂ ਨੇ ਬਿਸਮ ਮਨ ਦੇ ਵਿਸ਼ਿਆਂ ਨੂੰ ਰੋਕਿਆ ਹੈ, ਉਹ ਰਹੇ ਬਿਸਮਾਦ ਅਸਚਰਜ ਤੋਂ ਅਸਚਰਜ ਰੂਪ ਹੋ ਰਹੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਆਪਣੀ ਗਤ ਗਤੀ ਭਾਵ ਮਰਿਆਦਾ ਰੀਤੀ ਨੂੰ ਆਪ ਹੀ ਜਾਣਦਾ ਹੈ। ਜਹ ਅਸ਼ਲ ਅਸ਼ੇਦ ਅਭੇਦ ਸਮਾਇਆ, ਊਹਾ ਕਿਸਹਿ ਵਿਆਪਤ ਮਾਇਆ। ਜਿੱਥੇ ਪਰਮੇਸ਼ਰ ਅਸ਼ਲ ਛਲ ਤੋਂ ਰਹਿਤ, ਅਸ਼ੇਦ ਛੇਦਣ ਤੋਂ ਰਹਿਤ, ਕੱਟਣ ਤੋਂ ਰਹਿਤ, ਅਖੰਡ ਅਭੇਦ ਭੇਦ ਤੋਂ ਰਹਿਤ ਰੂਪ ਸਮਾਇਆ ਹੋਇਆ ਸੀ। ਜਹ ਜਿੱਥੇ ਅੰਤਰਜਾਮੀ ਨੂੰ ਗਿਆਨ, ਧਿਆਨ, ਇਸ਼ਨਾਨ ਆਦਿ ਸਾਧਨਾ ਕਰਕੇ ਅਛਲ ਛਲਿਆ ਨਹੀਂ ਜਾਂਦਾ, ਅਛੇਦ ਸ਼ਾਸਤਰ ਕੱਟ ਨਹੀਂ ਸਕਦੇ। ਅਭੇਦ ਭੇਦ ਦ੍ਰਿਸ਼ਟੀ ਵਾਲਾ, ਜਿਵੇਂ ਨਿਆਇਕ ਲੋਕ ਭੇਦ ਬਾਦ ਨੂੰ ਕਥਨ ਕਰਦੇ ਆ, ਈਸ਼ਰ ਨੂੰ ਇੱਕ ਦੇਸੀ ਦੱਸਦੇ ਆ। ਇਹ ਭੇਦ ਜਿਸ ਵਿੱਚ ਸਿੱਧ ਨਾ ਹੋ ਸਕਦਾ, ਅਭੇਦ ਪੁਣੇ ਤੋਂ ਰਹਿਤ ਜੋ 5 ਪ੍ਰਕਾਰ ਦੇ ਭਰਮ ਵਿੱਚ ਨਹੀਂ, ਉਹ ਅਭੇਦ ਰੂਪ ਹੋ ਕੇ ਸਾਰਿਆਂ ਵਿੱਚ ਸਮਾਇਆ ਹੋਇਆ। ਆਪਸ ਕਉ ਊਹਾਂ ਕਿਸਹਿ ਵਿਆਪਤ ਮਾਇਆ। ਗੁਰੂ ਮਹਾਰਾਜ ਕਹਿੰਦੇ ਉੱਥੇ ਮਾਇਆ ਕਿਸ ਨੂੰ ਵਿਆਪਤ ਵਿਆਪ ਰਹੀ ਸੀ, ਭਾਵ ਮਾਇਆ ਨੂੰ ਚਿੰਬੜਨ ਵਾਲਾ ਉੱਥੇ ਕੋਈ ਹੈ ਹੀ ਨਹੀਂ ਸੀ, ਨਾ ਕੋਈ ਉਸ ਨੂੰ ਚਿੰਬੜਨ ਯੋਗ ਸੀ। ਆਪਸ ਕਉ ਆਪਹਿ ਆਦੇਸ, ਤੇਹੁ ਗੁਣ ਕਾ ਨਾਹੀ ਪਰਵੇਸ। ਉੱਥੇ ਆਪਣੇ ਸਰੂਪ ਨੂੰ ਆਪ ਹੀ ਆਦੇਸ਼ ਨਮਸਕਾਰ ਕਰਦਾ ਸੀ। ਆਦੇਸ਼ ਦੇਸ ਆਦਿਕ ਤੋਂ ਰਹਿਤ ਆਪਣੇ ਆਪ ਨੂੰ ਬੰਦਨਾ ਕਰਦਾ ਸੀ। ਨਮਸਤੰ ਅਕਾਲੇ ਨਮਸਤੰ ਕਿਰਪਾਲੇ। ਉੱਥੇ ਤੇਹੋ ਗੁਣ ਤਿੰਨਾਂ ਗੁਣਾ ਰਜੋ ਤਮੋ ਸਤੋ ਦਾ ਕੋਈ ਵੀ ਪ੍ਰਵੇਸ਼ ਦਾਖਲ ਨਹੀਂ ਸੀ। ਰਾਜਸੀ ਤਾਮਸੀ ਸਾਂਤਕੀ ਸੁਭਾਅ ਵਾਲਾ ਵੀ ਨਹੀਂ ਸੀ। ਜਹ ਏਕ ਹੈ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਿੱਥੇ ਇੱਕੋ ਇੱਕ ਭਗਵੰਤ ਪਰਮੇਸ਼ਰ ਇੱਕ ਹੀ ਸਰੂਪ ਸੀ, ਭਾਵ ਜਿੱਥੇ ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਇੱਕ ਭਗਵੰਤਾ ਪਰਮੇਸ਼ਰ ਹੀ ਸੀ, ਉੱਥੇ ਦੱਸੋ ਕੌਣ ਅਚਿੰਤ ਚਿੰਤਾ ਤੋਂ ਰਹਿਤ ਤੇ ਕਿਸ ਨੂੰ ਚਿੰਤਾ ਫਿਕਰ ਲੱਗ ਰਿਹਾ ਸੀ, ਭਾਵ ਦੋਨਾਂ ਦੁੰਦ ਬਾਦਾਂ ਤੋਂ ਰਹਿਤ ਸੀ। ਜਹ ਆਪਨ ਆਪ ਆਪ ਪਤੀਆਰਾ, ਤਹ ਕੌਣ ਕਥੈ ਕੌਣ ਸੁਣਨੈ ਹਾਰਾ। ਜਿੱਥੇ ਆਪਣੇ ਆਪ ਉੱਤੇ ਆਪ ਹੀ ਪਤੀਜ ਦਾ ਭਰੋਸਾ ਕਰਦਾ ਸੀ, ਉੱਥੇ ਕੌਣ ਕਥਨ ਕਰਨ ਵਾਲਾ ਬਖਤਾ ਤੇ ਕੌਣ ਸਰੋਤਾ ਹੋ ਕੇ ਸੁਣਨੇ ਹਾਰਾ ਸੁਣਨ ਵਾਲਾ ਸੀ। ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕਉ ਆਪਹਿ ਪਹੁੰਚਾ। ਉਹ ਪਰਮੇਸ਼ਰ ਬਹੁਤ ਹੀ ਬੇਅੰਤ ਭਾਵ ਅੰਤ ਤੋਂ ਰਹਿਤ ਸ੍ਰੇਸ਼ਟ ਉੱਚੇ ਤੋਂ ਉੱਚਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ
ਕਿ ਆਪਣੇ ਆਪ ਨੂੰ ਆਪ ਹੀ ਪਹੁੰਚਾ ਪਹੁੰਚ ਕਰਨ ਵਾਲਾ ਹੈ। ਆਪਣੇ ਆਪ ਤੱਕ ਉਹ ਆਪ ਹੀ ਪਹੁੰਚ ਰੱਖਣ ਵਾਲਾ ਹੈ। ਉਸ ਵਰਗਾ ਹੋਰ ਕੋਈ ਦੂਸਰਾ ਨਹੀਂ। ਇੱਥੇ ਤੱਕ ਸ੍ਰਿਸ਼ਟੀ ਦੇ 6 ਪੌੜੀਆਂ ਵਿੱਚ ਨਿਤ ਨਿਮਿਤ ਪ੍ਰਕਿਰਤ ਮਹਾਂ ਪਰਲੋ ਤੇ ਗਿਆਨ ਪਰਲੋ ਕਥਨ ਕੀਤੀ ਹੈ। ਅਗਲੀਆਂ 2 ਪੌੜੀਆਂ ਵਿੱਚ ਸ੍ਰਿਸ਼ਟੀ ਦੀ ਰਚਨਾ ਭਾਵ ਉਤਪਤੀ ਦਾ ਵਰਣਨ ਸਤਿਗੁਰੂ ਕਰ ਰਹੇ ਹਨ। ਜੈ ਆਪ ਰਚਿਓ ਪਰਪੰਚ ਆਕਾਰ, ਤੇਹੁ ਗੁਣ ਮਹਿ ਕੀਨੋ ਵਿਸਥਾਰ। ਹੁਣ ਦੱਸ ਰਹੇ ਜਿੱਥੇ ਆਪ ਪਰਮੇਸ਼ਰ ਨੇ ਪ੍ਰਪੰਚ ਦਾ ਜਗਤ ਦਾ ਆਕਾਰ ਰਚਨਾ ਕੀਤਾ, ਆਪ ਹੀ ਪੰਜਾਂ ਕਰਕੇ ਅਸਤੀ ਭਾਂਤੀ ਪ੍ਰਿੰਤਾ ਨਾਮ ਰੂਪ ਪ੍ਰਪੰਚ ਹੈ। 2 ਮਾਇਆ ਦੀਆਂ ਅੰਸ਼ਾਂ ਨਾਮ ਤੇ ਰੂਪ, 3 ਬ੍ਰਹਮ ਦੀਆਂ ਅੰਸ਼ਾਂ ਸਤ ਚਿਤ ਆਨੰਦ ਸਰੂਪ, ਅਸਤੀ ਭਾਂਤੀ ਪ੍ਰਿੰਤਾ ਰੂਪ। ਇਹਨਾਂ ਪੰਜਾਂ ਕਰਕੇ ਪ੍ਰਪੰਚ ਬਣਿਆ ਹੈ। ਸੰਸਾਰ ਦਾ ਆਕਾਰ ਪੰਜਾਂ ਤੱਤਾਂ ਕਰਕੇ ਪ੍ਰਵਿਰਤ ਹੋਣ ਵਾਲਾ ਹੈ। ਜਿੱਥੇ ਸੂਖਮ ਤੱਤਾਂ ਕਰਕੇ ਐਸਾ ਆਕਾਰ ਆਪ ਹੀ ਰਚ ਰਿਹਾ, ਜਿਵੇਂ ਆਪਣੇ ਆਪ ਸੁਪਨਾਵੀ ਜੀਵ ਕੋਈ ਹੋਰ ਸਮੱਗਰੀ ਕਿਤੋਂ ਨਹੀਂ ਲਿਆਉਂਦਾ। ਆਪਣੇ ਆਪ ਸੁਪਨੇ ਨਾਲ ਹੀ ਸਾਰੇ ਬ੍ਰਹਿਮੰਡ ਤੇ ਖੰਡ ਰਚ ਲੈਂਦਾ। ਇਉਂ ਮਹਾਰਾਜ ਆਪਣੀ ਇੱਛਾ ਨਾਲ ਹੀ ਸਭ ਕੁਝ ਰਚ ਰਿਹਾ ਹੈ। ਫਿਰ 3 ਰਾਜਸੀ ਤਾਮਸੀ ਸਾਂਤਕੀ ਗੁਣਾਂ ਵਿੱਚ ਸੰਸਾਰ ਦਾ ਫੈਲਾਅ ਕੀਤਾ ਹੈ। ਪਾਪ ਪੁੰਨ ਤਹਿ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਤਦੋਂ ਫਿਰ ਪਾਪ ਮੰਦ ਕਰਮ ਪੁੰਨ ਸ੍ਰੇਸ਼ਟ ਕੰਮ, ਸ਼ੁਭ ਅਸ਼ੁਭ ਕਰਮਾਂ ਦੀ ਉੱਥੇ ਕਹਾਵਤ ਕਹੀਏ ਗੱਲ ਬਾਤ ਹੋਣੀ ਸ਼ੁਰੂ ਹੋਈ। ਕੋਈ ਪਾਪੀ ਨਰਕਾਂ ਨੂੰ ਭੋਗਣਾ ਕਰਦਾ ਹੈ, ਕੋਈ ਪੁੰਨਵਾਨ ਹੋ ਕੇ ਸਵਰਗਾਂ ਨੂੰ ਬੰਛਾਵਤ ਚਾਹੁੰਦਾ ਹੈ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਪੈ ਭਾਰ। ਮਾਇਆ ਦੇ ਜੰਜਾਲ ਬੰਧਨਾਂ ਕਰਕੇ ਆਲ ਘਰ ਆਦਿਕ ਦੇ ਜਾਲ ਬੰਨਣ ਪੈ ਗਏ। ਫਿਰ ਹਉਮੈ ਹੰਗਤਾ ਮਮਤਾ ਪਰਿਵਾਰ ਦਾ ਮੋਹ 5 ਪ੍ਰਕਾਰ ਦਾ ਭਰਮ ਤੇ 7 ਪ੍ਰਕਾਰ ਦਾ ਡਰ ਅਤੇ ਸਿਰ ਤੇ ਪਾਪਾਂ ਆਦਿ ਦਾ ਭਾਰ ਵਧਣਾ ਸ਼ੁਰੂ ਹੋ ਗਿਆ। ਦੁਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਕਿਸੇ ਨੂੰ ਦੁੱਖ ਦੁੱਖ, ਕਿਸੇ ਨੂੰ ਸੁਖ ਸੁਖ, ਤੇ ਕਿਸੇ ਨੂੰ ਮਾਨ ਸਤਿਕਾਰ ਤੇ ਕਿਸੇ ਦੀ ਅਪਮਾਨ ਨਰਾਦਰੀ ਹੁੰਦੀ ਹੈ। ਇਹ ਸੰਸਾਰ ਅਨੇਕਾਂ ਪ੍ਰਕਾਰ ਦਾ ਹੈ। ਵੇਦਾਂ ਸ਼ਾਸਤਰਾਂ ਤਤ ਬੇਤਿਆਂ ਨੇ ਇਹੋ ਬਖਿਆਨ ਕਹੀਏ ਕਥਨ ਕੀਓ ਕੀਏ ਕੀਤਾ ਹੈ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਇਹ ਸੰਸਾਰ ਦਾ ਸਾਰਾ ਖੇਲ ਤਮਾਸ਼ਾ ਹਰੀ ਵਾਹਿਗੁਰੂ ਦਾ ਆਪਣਾ ਹੀ ਹੈ ਤੇ ਆਪ ਹੀ ਇਸ ਤਮਾਸ਼ੇ ਨੂੰ ਰਚ ਕਰਕੇ ਦੇਖਣਾ ਕਰਦਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦ ਆਪਣੇ ਖੇਡ ਤਮਾਸ਼ੇ ਨੂੰ ਸੰਕੋਚਦਾ ਹੈ, ਹੁਣ ਸੰਸਾਰਕ ਰਚਨਾ ਨੂੰ ਸਮੇਟ ਲੈਣਾ ਕਰਾਂ, ਤਦ ਇੱਕ ਦਾ ਇੱਕ ਰੂਪ ਪਰਮੇਸ਼ਰ ਹੀ ਰਹਿ ਜਾਂਦਾ ਹੈ। ਪਾਵਨ ਵਾਕ ਹੈ ਨਾ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਫਿਰ ਆਪਹਿ ਏਕ ਆਪਹਿ ਅਨੇਕ, ਅਨੇਕ ਹੈ ਫਿਰ ਏਕ ਹੈ ਜਾਪ ਸਾਹਿਬ। ਜਹ ਅਬਗਤ ਭਗਤ ਤਹ ਆਪ, ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਜਿੱਥੇ ਵਿਅਕਤੀ ਰਾਤ ਤੋਂ ਰਹਿਤ ਨਿਰਗੁਣ ਸਰੂਪ, ਅਬਗਤ ਪ੍ਰਾਪਤੀ ਸਰੂਪ, ਗਿਆਨ ਸਰੂਪ ਦੇਹ ਤੋਂ ਰਹਿਤ ਸਰੂਪ ਸੀ, ਉੱਥੇ ਭਗਤ ਭਗਤੀ ਕਰਨ ਵਾਲਾ ਪਰਮੇਸ਼ਰ ਦਾ ਆਪਣਾ ਸਰੂਪ ਹੀ ਸੀ। ਭਗਤ ਵੱਖਰੇ ਨਹੀਂ ਹਨ। ਜਿੱਥੇ ਪਰਮੇਸ਼ਰ ਦੇ ਭਗਤ ਭਗਤੀ ਕਰਦੇ ਹਨ, ਉੱਥੇ ਪਰਮੇਸ਼ਰ ਆਪ ਹਾਜ਼ਰ ਹੁੰਦਾ। ਜਿੱਥੇ ਵੀ ਸਾਰਾ ਪਾਸਾਰ ਫੈਲਾ ਪਸਰਿਆ ਹੋਇਆ ਹੈ, ਇਹ ਸ਼ਾਂਤ ਆਤਮਾ ਬੰਦਗੀ ਕਰਨ ਵਾਲਿਆਂ ਦਾ ਪ੍ਰਤਾਪ ਤੇਜ ਪ੍ਰਭਾਵ ਵਧਾਉਣ ਵਾਸਤੇ ਪਸਰਿਆ ਹੋਇਆ। ਦੁਹੂ ਪਾਖ ਕਾ ਆਪਹਿ ਧਨੀ, ਉਨਕੀ ਸੋਭਾ ਉਨਹੂ ਬਨੀ। ਦੋਹੂ ਪਾਖ ਹੁੰਦਾ ਦੋਨਾਂ ਪੱਖਾਂ ਦਾ ਭਾਵ ਨਿਰਗੁਣ ਸਰੂਪ ਦਾ ਵੀ ਤੇ ਸਰਗੁਣ ਸਰੂਪ ਦਾ ਵੀ, ਪਾਪੀ ਪੁੰਨੀਆਂ ਦਾ, ਲੋਕ ਪਰਲੋਕ ਦਾ, ਆਸਤਕਾਂ ਤੇ ਨਾਸਤਕਾਂ ਦਾ। ਆਪ ਹੀ ਧਨੀ ਮਾਲਕ ਹੈ। ਉਸ ਪਰਮੇਸ਼ਰ ਦੀ ਸੋਭਾ ਵਡਿਆਈ, ਉਨਹੂ ਨੂੰ ਉਨਹੂ ਬੋਲਣਾ, ਉਨਹੂ ਨਹੀਂ ਬੋਲਣਾ, ਟਿੱਪੀ ਨਹੀਂ ਲਾਉਣੀ। ਅਸੀਂ ਉਨਹੂ ਬੋਲ ਜਾਂਦੇ ਨੱਕ ਵਿੱਚ। ਇੱਥੇ ਊੜੇ ਨੂੰ ਔਂਕੜ, ਨੰਨਾ ਹਾਹੇ ਨੂੰ ਦੁਲੈਂਕੜ ਹੈ। ਉਨਹੂ, ਹੂੰ ਤੇ ਹੂੰ 'ਚ ਫਰਕ ਹੈ।
ਸੋ ਇੱਥੇ ਉਨਹੂ ਹੈ, ਉਸੇ ਨੂੰ ਹੀ ਬਣੀ ਬਣ ਆਉਂਦੀ ਹੈ। ਆਪਹਿ ਕੌਤਕ ਕਰੈ ਆਨੰਦ ਚੋਜ, ਆਪਹਿ ਰਸ ਭੋਗਨ ਨਿਰਜੋਗ। ਆਪ ਹੀ ਜਗਤ ਦੇ ਕੌਤਕ ਤਮਾਸ਼ੇ ਕਰਦਾ ਹੈ, ਜਿਸ ਦੇ ਆਨੰਦਦਾਇਕ ਚੋਜ ਕੌਤਕ ਹਨ, ਜਿਸ ਦੇ ਅਚਰਜ ਕੌਤਕ ਹਨ। ਆਪ ਹੀ ਸਾਰਿਆਂ ਰਸਾਂ ਨੂੰ ਭੋਗਣ ਵਾਲਾ ਤੇ ਆਪ ਹੀ ਨਿਰਜੋਗ ਬੰਧਨਾਂ ਤੋਂ ਰਹਿਤ ਹੈ। ਉਸ ਨੂੰ ਕਿਸੇ ਪ੍ਰਕਾਰ ਦਾ ਕਰਤਾ ਭੁਗਤਾ ਦਾ ਬੰਧਨ ਨਹੀਂ। ਉਹ ਪਰਮੇਸ਼ਰ ਸਦਾ ਸੁਤੰਤਰ ਹੈ। ਜਿਸ ਭਾਵੈ ਤਿਸ ਆਪਨ ਨਾਇ ਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਜਿਸ ਜੀਵ ਦੀ ਸ਼ਰਧਾ ਭਾਵਨਾ ਭਾ ਗਈ, ਉਸ ਨੂੰ ਪਰਮੇਸ਼ਰ ਆਪਣੇ ਨਾਮ ਵਿੱਚ ਲਾ ਲੈਂਦਾ ਹੈ। ਜਿਸ ਜੀਵ ਦੀ ਵਾਸ਼ਨਾ ਭਾ ਜਾਵੇ ਕਿ ਦੁਨੀਆ ਵਿੱਚ ਖੇਲਣ ਵਾਲਾ ਹੈ, ਉਸ ਨੂੰ ਪੰਜਾਂ ਤੱਤਾਂ ਦੀ ਰਚਨਾ ਰਚ ਕੇ ਜੂਨਾਂ ਦੀ ਖੇਡ ਵਿੱਚ ਖਿਡਾਉਂਦਾ ਹੈ। ਜਿਸ ਨੂੰ ਭਾਵੈ ਚਾਹੁੰਦਾ ਹੈ, ਉਸ ਨੂੰ ਮਨ ਮੁਖਤਾ ਕਰਕੇ 84 ਦੇ ਖੇਲ ਵਿੱਚ ਖਿਲਾਉਂਦਾ ਹੈ। ਬੇਸੁਮਾਰ ਅਥਾਹ ਅਗਨਤ ਅਤੁਲੈ। ਉਹ ਪਰਮੇਸ਼ਰ ਬੇਸੁਮਾਰ ਬੇਅੰਤ, ਅਥਾਹ ਅਤਿਅੰਤ ਡੂੰਘਾ, ਅਗਨਤ ਗਿਣਤੀ ਤੋਂ ਰਹਿਤ ਹੈ। ਅਤੁਲੈ ਸ਼ਾਸਤਰਾਂ ਪ੍ਰਮਾਣ ਰੂਪੀ ਵੱਟਿਆਂ ਨਾਲ ਤੋਲਣ ਤੋਂ ਰਹਿਤ ਹੈ, ਤੋਲਿਆ ਨਹੀਂ ਜਾ ਸਕਦਾ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਗੁਰੂ ਸਾਹਿਬ ਜੀ 21ਵੀਂ ਅਸ਼ਟਪਦੀ ਵਿੱਚ ਸੰਪੂਰਨਤਾ ਕਰਦੇ ਹੋਏ ਫਰਮਾਉਂਦੇ ਹਨ ਕਿ ਹੇ ਸੱਚੇ ਪਾਤਸ਼ਾਹ, ਜਿਵੇਂ ਸਾਨੂੰ ਆਪ ਜੀ ਬੁਲਾਵੋ ਬੁਲਾਉਂਦੇ ਹੋ, ਉਸੇ ਤਰ੍ਹਾਂ ਹੀ ਅਸੀਂ ਆਪ ਜੀ ਦੇ ਦਾਸ ਸੇਵਕ ਬੋਲੇ ਕਹੀਏ ਬੋਲਦੇ ਹਾਂ। ਸੋ 21ਵੀਂ ਅਸ਼ਟਪਦੀ ਵਿੱਚ ਪੂਰੇ ਅੱਖਰ ਜੋ ਆਏ ਹਨ ਉਹ 1100 ਹਨ। ਪੈਰਾਂ ਵਾਲੇ ਰਾਰੇ 12 ਆਏ ਹਨ। ਅੱਧਾ ਅੱਖਰ ਇਸ ਵਿੱਚ ਇੱਕੋ ਆਇਆ ਹੈ। ਕੁੱਲ ਅੱਖਰ ਇਸ ਦੇ 1113 ਆਏ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।